ਪਾਠ ਨੰਬਰ 14 ਦਸਤਕਾਰੀ ਅਤੇ ਉਦਯੋਗ ਦੇ ਬਾਰੇ ਜੋ ਅੱਜ ਕੰਮ ਆਇਆ ਅਸੀਂ ਉਹ ਕਰਾਂਗੇ। ਅੱਜ ਹੈ ਆਧੁਨਿਕ ਉਦਯੋਗਿਕ ਵਿਕਾਸ ਦੀ ਮਹੱਤਤਾ। ਭਾਰਤ ਵਿੱਚ ਉਦਯੋਗਿਕ ਵਿਕਾਸ ਦੇ ਆਰਥਿਕ ਅਤੇ ਸਮਾਜਿਕ ਜੀਵਨ ਉੱਤੇ ਮਹੱਤਵਪੂਰਨ ਪ੍ਰਭਾਵ ਪਏ। ਇਸ ਦੇ ਸਿੱਟੇ ਵਜੋਂ ਸਮਾਜ ਵਿੱਚ ਦੋ ਸ਼੍ਰੇਣੀਆਂ ਦਾ ਜਨਮ ਹੋਇਆ। ਭਾਰਤ ਵਿੱਚ ਆਧੁਨਿਕ ਭਾਰਤੀ ਉਦਯੋਗ ਸਥਾਪਿਤ ਕੀਤੇ ਗਏ ਸਨ। 1853 ਦੇ ਵਿੱਚ ਭਾਰਤ ਵਿੱਚ ਪਹਿਲਾ ਸੂਤੀ ਕੱਪੜੇ ਦਾ ਕਾਰਖਾਨਾ ਲਗਾਇਆ ਸੀ ਬੰਬਈ 'ਚ, ਜੋ ਹੌਲੀ ਹੌਲੀ ਉਸਦੀ ਗਿਣਤੀ ਕਾਰਖਾਨਿਆਂ ਦੀ ਵੱਧਦੀ ਗਈ ਸੀ। ਇਸੇ ਤਰ੍ਹਾਂ 1854 ਵਿੱਚ ਬੰਗਾਲ ਦੇ ਸੈਰਾਪੁਰ ਵਿੱਚ ਪਹਿਲਾ ਲੱਗਿਆ ਸੀ ਕਾਰਖਾਨਾ ਪਟਸਨ ਦਾ। ਫਿਰ ਸਾਰੇ ਕੰਮਾਂ ਦੇ ਲਈ ਕਾਹਦੀ ਲੋੜ ਸੀ ਕਾਰਖਾਨਿਆਂ ਲਈ? ਕੋਲੇ ਦੀ। ਪਹਿਲਾਂ 1854 ਤੱਕ ਰਾਣੀਗੰਜ ਵਿੱਚ ਸਿਰਫ 2 ਹੀ ਖਾਨਾਂ ਸਨ। ਹੌਲੀ ਹੌਲੀ ਇਹਨਾਂ ਦੀ ਗਿਣਤੀ ਵੀ ਵੱਧਦੀ ਗਈ। ਇਹਨਾਂ ਦੀ ਗਿਣਤੀ ਬਾਅਦ ਦੇ ਵਿੱਚ ਹੌਲੀ ਹੌਲੀ ਕਰਕੇ ਵੱਧਦੀ ਗਈ। ਚਾਹ ਉਦਯੋਗ 1834 ਈਸਵੀ ਵਿੱਚ ਅਸਾਮ ਟੀ ਕੰਪਨੀ ਦੀ ਸਥਾਪਨਾ ਕੀਤੀ ਗਈ ਸੀ ਅਤੇ 1852 ਵਿੱਚ ਅੰਗਰੇਜ਼ਾਂ ਨੇ ਅਸਾਮ ਵਿੱਚ ਪਹਿਲਾ ਚਾਹ ਦਾ ਬਾਗ ਲਗਾਇਆ ਸੀ। ਇਸੇ ਤਰ੍ਹਾਂ ਕੌਫੀ 1840 ਵਿੱਚ ਕੌਫੀ ਦਾ ਪਹਿਲਾ ਬਾਗ ਦੱਖਣੀ ਭਾਰਤ ਵਿੱਚ ਲਗਾਇਆ ਗਿਆ ਸੀ। ਤਾਂ ਇਹ ਜੋ ਉਦਯੋਗ ਹੋਏ, ਆਧੁਨਿਕ ਉਦਯੋਗ ਲੱਗੇ, ਤਾਂ ਇਹਨਾਂ ਆਧੁਨਿਕ ਉਦਯੋਗਾਂ ਦੇ ਵਿਕਾਸ ਦੀ ਮਹੱਤਤਾ ਬਾਰੇ ਅਸੀਂ ਪੜ੍ਹਨਾ। ਤਾਂ ਇਸ ਦੇ ਆਰਥਿਕ ਅਤੇ ਸਮਾਜਿਕ ਜੀਵਨ ਉੱਤੇ ਪ੍ਰਭਾਵ ਪਏ ਅਤੇ 2 ਹਿੱਸਿਆਂ 'ਚ ਸਮਾਜ ਵੰਡਿਆ ਗਿਆ। ਇੱਕ ਤਾਂ 2 ਹਿੱਸੇ ਕਿਹੜੇ ਸਨ? 2 ਸ਼੍ਰੇਣੀਆਂ, ਪੂੰਜੀਪਤੀ ਅਤੇ ਮਜ਼ਦੂਰ। ਪੂੰਜੀਪਤੀ ਅਤੇ ਮਜ਼ਦੂਰ 2 ਸ਼੍ਰੇਣੀਆਂ ਦਾ ਜਨਮ ਹੋਇਆ। ਪੂੰਜੀਪਤੀ ਮਜ਼ਦੂਰਾਂ ਦਾ ਵੱਧ ਤੋਂ ਵੱਧ ਸ਼ੋਸ਼ਣ ਕਰਨ ਲੱਗੇ। ਜੋ ਪੂੰਜੀਪਤੀ ਅਮੀਰ ਲੋਕ ਸਨ, ਉਹ ਵੱਧ ਤੋਂ ਵੱਧ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਲੱਗੇ। ਉਹਨਾਂ ਪਾਸੋਂ ਵੱਧ ਤੋਂ ਵੱਧ ਕੰਮ ਕਰਾ ਕੇ ਘੱਟ ਤੋਂ ਘੱਟ ਪੈਸੇ ਦਿੰਦੇ ਸਨ। ਭਾਵ ਆਮ ਤੌਰ 'ਤੇ ਜੋ ਮਜ਼ਦੂਰੀ ਦਾ ਸਮਾਂ ਹੁੰਦਾ ਉਹ 8 ਘੰਟੇ ਨਿਸ਼ਚਿਤ ਹੁੰਦਾ, 6 ਤੋਂ 8 ਤੱਕ। ਪਰ ਉਹ ਕੰਮ ਕਰਾਉਂਦੇ ਸਨ 12-12 ਘੰਟੇ ਅਤੇ ਦਿੰਦੇ ਸਨ ਸਿਰਫ ਘੱਟ ਤੋਂ ਘੱਟ ਪੈਸੇ। ਇਸ ਲਈ ਸਰਕਾਰ ਨੇ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਫੈਕਟਰੀ ਐਕਟ ਪਾਸ ਕੀਤਾ। ਸਰਕਾਰ ਨੇ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਫੈਕਟਰੀ ਐਕਟ ਪਾਸ ਕੀਤਾ। ਉਦਯੋਗਿਕ ਵਿਕਾਸ ਹੋਣ ਕਰਕੇ ਕਈ ਨਵੇਂ ਸ਼ਹਿਰਾਂ ਦਾ ਨਿਰਮਾਣ ਹੋਇਆ। ਸ਼ਹਿਰ ਆਧੁਨਿਕ ਜੀਵਨ ਅਤੇ ਸੱਭਿਆਚਾਰ ਦੇ ਕੇਂਦਰ ਬਣੇ। ਨਵੇਂ ਸ਼ਹਿਰਾਂ ਦਾ ਨਿਰਮਾਣ ਵੀ ਹੋਇਆ। ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਉਣ ਨਾਲ ਭਾਰਤ ਵਿੱਚ ਕੱਪੜਾ ਵਪਾਰ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਆਈ ਸੀ 18ਵੀਂ ਸਦੀ ਦੇ ਵਿੱਚ। ਅਤੇ ਕੀ ਪ੍ਰਭਾਵ ਪਿਆ ਇਹਦੇ ਨਾਲ? ਇਹਦਾ ਪ੍ਰਭਾਵ, ਸਭ ਤੋਂ ਮਾੜਾ ਪ੍ਰਭਾਵ ਭਾਰਤ ਦੇ ਕੱਪੜਾ ਉਦਯੋਗ ਉੱਤੇ ਪਿਆ। ਸਭ ਤੋਂ ਮਾੜਾ ਪ੍ਰਭਾਵ ਭਾਰਤ ਦੇ ਕੱਪੜਾ ਉਦਯੋਗ ਉੱਤੇ ਪਿਆ ਅਤੇ ਕੱਪੜਾ ਵਪਾਰ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਕਿਉਂ ਸ਼ੁਰੂ ਹੋਇਆ ਸੀਗਾ? ਸ਼ੁਰੂ ਤਾਂ ਹੋਇਆ ਸੀ ਜੋ ਭਾਰਤ ਦੇ ਵਿੱਚੋਂ ਕੱਚਾ ਮਾਲ ਸੀ ਉਹ ਇੰਗਲੈਂਡ ਜਾਣਾ ਸ਼ੁਰੂ ਹੋ ਗਿਆ ਸੀ ਅਤੇ ਜੋ ਬਣਿਆ ਹੋਇਆ ਮਾਲ ਹੁੰਦਾ ਸੀ ਉਹ ਭਾਰਤ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ। ਅਤੇ ਜੋ ਮਸ਼ੀਨਾਂ ਦੁਆਰਾ ਮਾਲ ਬਣਿਆ ਹੁੰਦਾ ਸੀ ਉਹ ਵਧੀਆ ਅਤੇ ਸਸਤਾ ਹੁੰਦਾ ਸੀ ਅਤੇ ਜੋ ਭਾਰਤ ਦੇ ਲਘੂ ਉਦਯੋਗਾਂ ਦੁਆਰਾ ਮਾਲ ਬਣਦਾ ਸੀ ਉਹਨੂੰ ਬਣਾਉਣ 'ਤੇ ਜ਼ਿਆਦਾ ਸਮਾਂ ਲੱਗਦਾ ਸੀ, ਜ਼ਿਆਦਾ ਮਿਹਨਤ ਲੱਗਦੀ ਸੀ। ਤਾਂ ਕਰਕੇ ਉਹ ਮਹਿੰਗਾ ਹੁੰਦਾ ਸੀ ਅਤੇ ਮਸ਼ੀਨਾਂ ਦੇ ਬਣੇ ਮਾਲ ਮੁਕਾਬਲੇ ਇੰਨਾ ਸਾਫ਼ ਨਹੀਂ ਹੁੰਦਾ ਸੀ। ਤਾਂ ਕਰਕੇ ਜੋ ਭਾਰਤੀ ਲੋਕ ਵੀ ਸਨ ਉਹਨਾਂ ਨੇ ਵੀ ਮਸ਼ੀਨਾਂ ਦੁਆਰਾ ਬਣੇ ਮਾਲ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਨਾਲ ਭਾਰਤ ਵਿੱਚ ਕੱਪੜਾ ਵਪਾਰ ਦਾ ਪਤਨ ਹੋਣਾ ਸ਼ੁਰੂ ਹੋ ਗਿਆ। 20ਵੀਂ ਸਦੀ ਵਿੱਚ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ ਭਾਰਤ ਵਿੱਚ ਹੱਥ ਨਾਲ ਬਣੇ ਸੂਤੀ ਅਤੇ ਰੇਸ਼ਮੀ ਕੱਪੜੇ ਤਿਆਰ ਕੀਤੇ ਜਾਣ ਲੱਗੇ, ਜਿਸ ਨਾਲ ਭਾਰਤੀ ਕੱਪੜਾ ਉਦਯੋਗ ਮੁੜ ਹੋਂਦ ਵਿੱਚ ਆਇਆ। ਗਾਂਧੀ ਜੀ ਖੁਦ ਚਰਖਾ ਕੱਤਦੇ ਸਨ ਅਤੇ ਉਹਨਾਂ ਨੇ ਖਾਦੀ ਭਾਵ ਸੂਤੀ ਕੱਪੜੇ ਦੇ ਪ੍ਰਯੋਗ ਉੱਤੇ ਜ਼ੋਰ ਲਾਇਆ ਸੀ। ਉਹਨਾਂ ਨੇ ਕਿਹਾ ਸੀ ਕਿ ਸਵਦੇਸ਼ੀ ਅਪਣਾਓ, ਭਾਰਤ ਵਿੱਚ ਬਣੇ ਕੱਪੜੇ ਨੂੰ ਹੀ ਵਰਤੋ, ਨਾ ਕਿ ਇੰਗਲੈਂਡ ਦੇ ਬਣੀਆਂ ਮਿੱਲਾਂ ਤੋਂ। ਭਾਰਤ ਵਿੱਚ ਉਦਯੋਗਿਕ ਵਿਕਾਸ ਦੇ ਕੀ ਪ੍ਰਭਾਵ ਪਏ?
ਪਹਿਲਾ ਕੁਐਸਚਨ, ਭਾਰਤ ਵਿੱਚ ਉਦਯੋਗਿਕ ਵਿਕਾਸ ਦੇ ਕੀ ਪ੍ਰਭਾਵ ਪਏ? ਤਾਂ ਪਹਿਲਾ ਕੁਐਸਚਨ, ਤਾਂ ਭਾਰਤ ਵਿੱਚ ਉਦਯੋਗਿਕ ਵਿਕਾਸ ਦੇ ਆਰਥਿਕ ਅਤੇ ਸਮਾਜਿਕ ਜੀਵਨ ਉੱਤੇ ਮਹੱਤਵਪੂਰਨ ਪ੍ਰਭਾਵ ਪਏ। ਪਹਿਲਾ ਆਨਸਰ, ਸਮਾਜਿਕ ਜੀਵਨ 'ਤੇ ਪ੍ਰਭਾਵ ਪਏ। ਸਮਾਜ ਦੋ ਵਰਗਾਂ 'ਚ ਵੰਡਿਆ ਗਿਆ। ਆਰਥਿਕ ਜੀਵਨ 'ਤੇ ਵੀ, ਇੱਥੇ ਵੀ ਪੂੰਜੀਪਤੀ ਅਤੇ ਮਜ਼ਦੂਰ ਵਰਗ ਹੋਂਦ ਵਿੱਚ ਆ ਗਿਆ ਅਤੇ ਉਹ ਆਪਸ ਦੇ ਵਿੱਚ ਹੀ ਭਿੜਨ ਲੱਗੇ ਸਨ। ਤਾਂ ਭਾਰਤ ਵਿੱਚ ਉਦਯੋਗਿਕ ਵਿਕਾਸ ਦੇ ਆਰਥਿਕ ਅਤੇ ਸਮਾਜਿਕ ਜੀਵਨ ਉੱਤੇ ਮਹੱਤਵਪੂਰਨ ਪ੍ਰਭਾਵ ਪਏ। ਇਹ ਪਹਿਲੇ ਕੁਐਸਚਨ ਦਾ ਆਨਸਰ ਹੈ। ਪਹਿਲੇ ਕੁਐਸਚਨ ਦਾ ਆਨਸਰ ਹੈ। ਪਹਿਲੇ ਕੁਐਸਚਨ ਦਾ ਇਹ ਆਨਸਰ ਹੈ। ਭਾਰਤ ਵਿੱਚ ਕੱਪੜਾ ਵਪਾਰ ਦਾ ਪਤਨ ਕਿਵੇਂ ਸ਼ੁਰੂ ਹੋਇਆ? ਭਾਰਤ ਵਿੱਚ ਕੱਪੜਾ ਵਪਾਰ ਦਾ ਪਤਨ ਕਿਵੇਂ ਸ਼ੁਰੂ ਹੋਇਆ? ਤਾਂ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਉਣ ਨਾਲ ਭਾਰਤ ਵਿੱਚ ਕੱਪੜਾ ਵਪਾਰ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਆਉਣ ਨਾਲ ਭਾਰਤ ਵਿੱਚ ਕੱਪੜਾ ਵਪਾਰ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਇਹ ਦੂਜੇ ਕੁਐਸਚਨ ਦਾ ਆਨਸਰ ਹੈ। ਇਸ ਤੋਂ ਅਗਲਾ ਕੁਐਸਚਨ, ਭਾਰਤੀ ਕੱਪੜਾ ਉਦਯੋਗ ਮੁੜ ਹੋਂਦ ਵਿੱਚ ਕਿਵੇਂ ਆਇਆ? 20ਵੀਂ ਸਦੀ ਵਿੱਚ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ ਭਾਰਤ ਵਿੱਚ ਹੱਥ ਨਾਲ ਬਣੇ ਸੂਤੀ ਅਤੇ ਰੇਸ਼ਮੀ ਕੱਪੜੇ ਤਿਆਰ ਕੀਤੇ ਜਾਣ ਲੱਗੇ, ਜਿਸ ਨਾਲ ਭਾਰਤੀ ਕੱਪੜਾ ਉਦਯੋਗ ਮੁੜ ਹੋਂਦ ਵਿੱਚ ਆਇਆ। ਦੁਬਾਰਾ ਦੇਖ ਲਓ, 20ਵੀਂ ਸਦੀ ਵਿੱਚ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ ਭਾਰਤ ਵਿੱਚ ਹੱਥ ਨਾਲ ਬਣੇ ਸੂਤੀ ਅਤੇ ਰੇਸ਼ਮੀ ਕੱਪੜੇ ਤਿਆਰ ਕੀਤੇ ਜਾਣ ਲੱਗੇ, ਜਿਸ ਨਾਲ ਭਾਰਤੀ ਕੱਪੜਾ ਉਦਯੋਗ ਮੁੜ ਹੋਂਦ ਵਿੱਚ ਆਇਆ। ਇਹ ਤੀਜੇ ਕੁਐਸਚਨ ਦਾ ਆਨਸਰ ਹੈ। ਤੀਜੇ ਕੁਐਸਚਨ ਦਾ। ਇਸ ਤੋਂ ਅੱਗੇ ਖਾਲੀ ਥਾਵਾਂ, ਸਮਾਜ ਵਿੱਚ ਦੋ ਸ਼੍ਰੇਣੀਆਂ ਦਾ ਜਨਮ ਹੋਇਆ, ਪੂੰਜੀਪਤੀ ਅਤੇ ਮਜ਼ਦੂਰ ਵਰਗ। ਦੋ ਸ਼੍ਰੇਣੀਆਂ, ਪੂੰਜੀਪਤੀ ਅਤੇ ਮਜ਼ਦੂਰ। ਸਰਕਾਰ ਨੇ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਫੈਕਟਰੀ ਐਕਟ ਪਾਸ ਕੀਤਾ। ਸਰਕਾਰ ਨੇ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਫੈਕਟਰੀ ਐਕਟ ਪਾਸ ਕੀਤਾ। ਉਦਯੋਗਿਕ ਵਿਕਾਸ ਕਾਰਨ ਨਵੇਂ ਸ਼ਹਿਰਾਂ ਦਾ ਨਿਰਮਾਣ ਹੋਇਆ। ਇਹ ਤਿੰਨ ਅਸੀਂ ਖਾਲਿਸਤਾਨ ਕੀਤੇ। ਅੱਗੇ ਸਹੀ ਜਾਂ ਗਲਤ? ਸ਼ਹਿਰਾਂ ਦਾ ਨਿਰਮਾਣ ਹੋਇਆ। ਪਹਿਲੇ 'ਚ ਦੋ ਆਊ, ਦੂਜੇ 'ਚ ਫੈਕਟਰੀ, ਤੀਜੇ 'ਚ ਸ਼ਹਿਰਾਂ ਦਾ ਨਿਰਮਾਣ ਹੋਇਆ। ਜੇ ਤੁਸੀਂ ਇੱਥੇ ਦੇਖਣਾ ਤਾਂ ਤੁਸੀਂ ਇੱਥੇ ਵੀ ਦੇਖ ਸਕਦੇ ਹੋ। ਪਹਿਲੀ ਖਾਲੀ ਥਾਂ ਦੋ, ਫੈਕਟਰੀ ਐਕਟ, ਦੂਜੀ ਸ਼ਹਿਰਾਂ ਦਾ, ਤੀਜੀ। ਇਹ ਤਿੰਨੇ ਸਾਡੇ ਖਾਲਿਸਤਾਨ ਹਨ। ਇਹ ਸਾਡੇ ਖਾਲਿਸਤਾਨ ਹਨ।
ਇਸ ਤੋਂ ਅੱਗੇ ਸਹੀ ਜਾਂ ਗਲਤ। ਸ਼ਹਿਰ ਆਧੁਨਿਕ ਜੀਵਨ ਅਤੇ ਸੱਭਿਆਚਾਰ ਦੇ ਕੇਂਦਰ ਬਣ ਗਏ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਪੂੰਜੀਪਤੀ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਲੱਗ ਪਏ। ਇਹ ਵੀ ਬਿਲਕੁਲ ਸਹੀ ਹੈ। ਤਾਂ ਅੱਗੇ ਅਸੀਂ ਹੁਣ ਇਹੀ ਸਲਾਈਡ ਕਰਾਂਗੇ ਇੰਗਲਿਸ਼ ਮੀਡੀਅਮ 'ਚ। What were the effects of industrial revolution on India? The first answer. The growth of modern industries in India had its effect on the economic and social life of the people. Pehla answer. Second. How the decline of textile industry started in India. With the starting of industrial revolution in England, the textile industry started declining in India. Second, how the Indian textile industry survived in India. Third, in the 20th century, the cotton and silk industry clothes were manufactured under the leadership of Mahatma Gandhi. With this, the Indian textile industry survived. Third answer. ਫਸਟ, ਸੈਕਿੰਡ, ਥਰਡ ਕੁਐਸਚਨ ਦੇ ਅਸੀਂ ਆਨਸਰ ਕਰ ਲਏ ਨੇ। ਇਸ ਤੋਂ ਅੱਗੇ ਆ ਗਏ ਸਾਡੇ ਫਿਲ ਇਨ ਦੀ ਬਲੈਂਕਸ। ਡੈਸ਼ ਕਲਾਸਿਸ ਵਰ ਇਨਵਰਸਡ। 2 ਕਲਾਸਿਸ, 2। To improve the conditions of workers, government passed Factory Act। ਇਹ ਫਿਲ ਇਨ ਦੀ ਬਲੈਂਕਸ ਆ ਫੈਕਟਰੀ ਇਹਨੂੰ ਅੰਡਰਲਾਈਨ ਕਰ ਲਿਓ। With the growth of industry, many new cities, 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 true false, the cities became the center of modern life and culture। True, the capitalist started the maximum exploitation of the workers। True, ਪੂੰਜੀਪਤੀਆਂ ਨੇ ਮਜ਼ਦੂਰਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਇਹ ਵੀ ਬਿਲਕੁਲ ਸਹੀ ਹੈ। ਇਸ ਤਰ੍ਹਾਂ ਅਸੀਂ ਅੱਜ ਦੀ ਸਲਾਈਡ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ ਵਿੱਚ ਕੀਤੇ ਹਨ। ਇੱਥੇ 2 ਆਵੇਗਾ, ਫੈਕਟਰੀ, ਸਿਟੀਜ਼। ਵੀਡੀਓ ਵੱਧ ਤੋਂ ਵੱਧ ਬੱਚਿਆਂ ਨੂੰ ਸ਼ੇਅਰ ਕਰੋ ਤਾਂ ਜੋ ਉਹ ਆਪਣਾ ਕੰਮ ਕਰ ਸਕਣ। ਧੰਨਵਾਦ।